स्टूडेंट्स हाउ आर यू वेलकम टू योर बॉटनी ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀਗਾ ਕੰਜ਼ਰਵੇਸ਼ਨ ਐਂਡ ਮੈਨੇਜਮੈਂਟ ਆਫ ਨੈਚੁਰਲ ਰਿਸੋਰਸਿਸ। ਨੈਚੁਰਲ ਰਿਸੋਰਸਿਸ ਆਪਾਂ ਦੇਖੇ ਸੀਗੇ ਕਿ ਜਿਹੜੇ ਰਿਸੋਰਸਿਸ ਸਾਨੂੰ ਨੇਚਰ ਤੋਂ ਮਿਲਦੇ ਆ ਉਹਨਾਂ ਨੂੰ ਆਪਾਂ ਨੈਚੁਰਲ ਰਿਸੋਰਸਿਸ ਕਹਿੰਦੇ ਆ। ਅਤੇ ਸੈਕਿੰਡ ਕੈਟੇਗਰੀ ਆਫ ਰਿਸੋਰਸਿਸ ਹੁੰਦੇ ਆ ਮੈਨ ਮੇਡ ਰਿਸੋਰਸਿਸ। ਇਹਨਾਂ ਬਾਰੇ ਹਾਲਾਂਕਿ ਆਪਾਂ ਬਹੁਤ ਜ਼ਿਆਦਾ ਨਹੀਂ ਪੜ੍ਹਨਾ, ਪਰ ਸਟਿਲ ਮੈਨ ਮੇਡ ਰਿਸੋਰਸਿਸ ਸਾਡੇ ਲਈ ਇੰਪੋਰਟੈਂਟ ਆ। ਇਹਨਾਂ ਦੇ ਬਾਰੇ 'ਚ ਥੋੜ੍ਹਾ ਜਿਹਾ ਜਾਣਨਾ, ਕਿਉਂਕਿ ਤਾਂ ਹੀ ਕੰਜ਼ਰਵੇਸ਼ਨ ਜਿਹੜਾ ਆ ਉਹ ਹੋਣਾ ਆ। ਰਿਸੋਰਸਿਸ ਜਿਹੜੇ ਕਿ ਮੈਨ ਆਪਣਾ ਟੈਲੈਂਟ, ਆਪਣੀ ਐਨਰਜੀ, ਆਪਣੀ ਕੈਪੇਬਿਲਿਟੀਜ਼ ਯੂਜ਼ ਕਰਕੇ, ਆਪਣਾ ਨੌਲੇਜ ਯੂਜ਼ ਕਰਕੇ ਉਹਨਾਂ ਤੋਂ ਇਹੋ ਜਿਹੀਆਂ ਚੀਜ਼ਾਂ ਬਣਾਉਂਦਾ ਆ ਜਿਹੜੇ ਕਿ ਮੈਨ ਲਈ ਯੂਜ਼ਫੁਲ ਹੁੰਦੀਆਂ ਆ ਫॉर ਹਿਸ ਨੀਡਸ। ਉਹਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਮੈਨ ਮੇਡ ਰਿਸੋਰਸਿਸ। ਹੁਣ ਜਿਵੇਂ ਮੈਨ ਨੇ ਬਿਲਡਿੰਗਸ ਬਣਾਈਆਂ ਸੀਮੈਂਟ, ਲੋਹਾ ਯੂਜ਼ ਕਰਕੇ, ਲੱਕੜੀ ਯੂਜ਼ ਕਰਕੇ, ਅਤੇ ਇਹ ਸਾਰੀ ਉਹਨੇ ਆਪਣੇ ਰਹਿਣ ਲਈ ਮਾਲਸ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲਸ ਵਗੈਰਾ ਇਹੋ ਜਿਹੀਆਂ ਵੱਡੀਆਂ ਵੱਡੀਆਂ ਬਿਲਡਿੰਗਸ ਬਣਾਈਆਂ ਜਿਹਦੇ ਤੋਂ ਪੈਸਾ ਵੀ ਕਮਾਉਂਦਾ ਆ ਅਤੇ ਦੇਖਣ ਨੂੰ ਵੀ ਬਿਊਟੀਫੁਲ ਲੁੱਕ ਵਾਲੀਆਂ ਬਣਾਈਆਂ ਆ ਤਾਂ ਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਲੋਕ ਜਾ ਸਕਣ। ਤਾਂ ਹੁਣ ਬੇਟਾ ਆਪਾਂ ਗੱਲ ਕੀਤੀ ਸੀਗੀ ਕਿ ਕੰਜ਼ਰਵੇਸ਼ਨ ਕਿਵੇਂ ਕਰਨਾ ਆ, ਕੀ ਲੋੜ ਪਈ ਕੰਜ਼ਰਵੇਸ਼ਨ ਆਫ ਦੀਸ ਰਿਸੋਰਸਿਸ। ਤਾਂ ਸਭ ਤੋਂ ਪਹਿਲਾਂ ਆਪਾਂ ਨੈਚੁਰਲ ਰਿਸੋਰਸਿਸ ਨੂੰ ਕੰਜ਼ਰਵ ਕਰ ਸਕਦੇ ਹਾਂ ਬਾਈ 3R ਸਿਸਟਮ। 3R ਦਾ ਮਤਲਬ ਹੈਗਾ ਰੈਡਿਊਸ, ਰੀਸਾਈਕਲ ਅਤੇ ਰੀਯੂਜ਼। ਹੁਣ ਇਹਨਾਂ ਨੂੰ ਆਪਾਂ 1 by 1 ਪੜ੍ਹਾਂਗੇ। ਪਹਿਲਾ ਹੈਗਾ ਰੈਡਿਊਸ। ਰੈਡਿਊਸ ਦਾ ਮਤਲਬ ਹੁੰਦਾ ਆ ਕਿ ਆਪਾਂ ਜਿਹੜੀ ਚੀਜ਼, ਕੋਈ ਵੀ ਚੀਜ਼ ਅਗਰ ਅਸੀਂ ਯੂਜ਼ ਕਰਦੇ ਹਾਂ, ਕੋਈ ਵੀ ਰਿਸੋਰਸ ਯੂਜ਼ ਕਰਦੇ ਹਾਂ, ਤਾਂ ਅਗਰ ਅਸੀਂ ਹੱਥ ਘੁੱਟ ਕੇ ਲੈਸ ਅਮਾਊਂਟ, ਲੈਸ ਕੁਆਂਟਿਟੀ 'ਚ ਅਸੀਂ ਉਹਨੂੰ ਯੂਜ਼ ਕਰੀਏ ਤਾਂ ਕਿ ਬੱਚਤ ਸਾਡੀ ਵੀ ਹੋ ਸਕੇ ਅਤੇ ਨੇਚਰ ਵੀ ਨਾ ਡੀਗਰੇਡ ਹੋਵੇ ਅਤੇ ਇਹ ਜਿਹੜੇ ਰਿਸੋਰਸਿਸ ਹੈ ਦੁਨੀਆ ਤੋਂ ਐਕਸਪਲੋਇਟ ਵੀ ਨਾ ਹੋਣ, ਖ਼ਤਮ ਵੀ ਨਾ ਹੋਣ। ਇਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਰੈਡਿਊਸ। ਫੋਰ ਐਗਜ਼ਾਮਪਲ ਕਿ ਜੇ ਅਸੀਂ ਜਿਵੇਂ ਹੁਣ ਐਨਰਜੀ ਐਫੀਸ਼ੀਐਂਟ ਇਲੈਕਟ੍ਰੀਕਲ ਅਪਲਾਇੰਸਿਸ ਯੂਜ਼ ਕਰੀਏ ਟੂ ਸੇਵ ਇਲੈਕਟ੍ਰੀਸਿਟੀ, CFL ਨੋਰਮਲ ਬਲਬਸ ਦੀ ਜਗ੍ਹਾ CFL ਬਲਬਸ, ਟਿਊਬ ਲਾਈਟਸ ਯੂਜ਼ ਕਰੀਏ ਤਾਂ ਇਹਨਾਂ ਨਾਲ ਆਪਾਂ ਇਲੈਕਟ੍ਰੀਸਿਟੀ ਬਚਾ ਸਕਦੇ ਹਾਂ ਆਪਣੀ। ਫਿਰ ਹੈਗਾ ਆ ਕਿ ਅਗਰ ਬਿਨ ਮਤਲਬ TV ਚੱਲ ਰਿਹਾ, ਫੈਨਸ ਚੱਲ ਰਿਹਾ, ਲਾਈਟਸ ਚੱਲ ਰਿਹਾ, ਤਾਂ ਇਹ ਸਾਰਿਆਂ ਨੂੰ ਅਸੀਂ ਬੰਦ ਕਰ ਦਈਏ ਤਾਂ ਕਿ ਜਿਹੜੀ ਇਲੈਕਟ੍ਰੀਸਿਟੀ ਆ ਉਹ ਬਚ ਸਕੇ। ਹੁਣ ਬੇਟਾ ਇਕੱਲੀ ਇਲੈਕਟ੍ਰੀਸਿਟੀ ਨਹੀਂ ਬਚੂਗੀ, ਇੱਕ ਤਾਂ ਸਾਡਾ ਬਿੱਲ ਵੀ ਘੱਟ ਆਊਗਾ, ਦੂਸਰਾ ਪੋਲਿਊਸ਼ਨ ਵੀ ਘੱਟ ਹੋਏਗਾ, ਤੀਸਰਾ ਵਾਟਰ ਵੀ ਸੇਵ ਹੋਏਗਾ ਕਿਉਂਕਿ ਇਲੈਕਟ੍ਰੀਸਿਟੀ ਵਾਟਰ ਤੋਂ ਬਚਦੀ ਆ। ਤਾਂ ਇਹ ਨਹੀਂ ਹੈਗਾ ਕਿ ਰੈਡਿਊਸ ਜਾਂ ਰੀਯੂਸ ਇਹ ਅਲੱਗ-ਅਲੱਗ ਚੀਜ਼ਾਂ ਹੈ, ਸਾਰੀਆਂ ਇੱਕ ਦੂਸਰੇ ਨਾਲ ਇੰਟਰਕਨੈਕਟਡ ਆ, ਇੱਕ ਦੂਸਰੇ 'ਤੇ ਡਿਪੈਂਡੈਂਟ ਆ। ਜੇ ਇੱਕ ਚੀਜ਼ ਤੁਸੀਂ ਘੱਟ ਕਰੋਗੇ ਤਾਂ ਦੂਸਰੀਆਂ ਚੀਜ਼ਾਂ ਆਪਣੇ ਆਪ ਹੀ ਕੰਟਰੋਲ ਹੋਣੀਆਂ ਸ਼ੁਰੂ ਹੋ ਜਾਣੀਆਂ। ਹੁਣ ਜੇ ਘੱਟ ਪੌੜੀਆਂ ਆ ਤਾਂ ਤੁਸੀਂ ਲਿਫਟ ਦੀ ਬਜਾਏ ਤੁਸੀਂ ਪੌੜੀਆਂ 'ਤੇ ਚੜ੍ਹ ਜਾਓ। ਜਿਹੜੇ ਪੌੜੀਆਂ ਚੜ੍ਹ ਸਕਦੇ ਆ, ਬਜ਼ੁਰਗ ਨਹੀਂ ਚੜ੍ਹ ਸਕਦੇ, ਦੇ ਕੈਨ ਯੂਜ਼ ਲਿਫਟਸ। ਪਰ ਜੇ ਅਸੀਂ ਜਿੱਦਾਂ ਚੜ੍ਹ ਸਕਦੇ ਹਾਂ ਤਾਂ ਸਾਨੂੰ ਪੌੜੀਆਂ ਦਾ ਯੂਜ਼ ਕਰਨਾ ਚਾਹੀਦਾ, ਸਟੇਅਰਸ ਦਾ। ਫਿਰ ਜਿਵੇਂ ਜੇ ਪਿੰਡਾਂ 'ਚ ਬਾਇਓਗੈਸ ਪਲਾਂਟਸ ਲਗਾ ਲਓ, ਸ਼ਹਿਰਾਂ ਦੇ ਵਿੱਚ ਵੀ ਅਸੀਂ ਲਗਾ ਸਕਦੇ ਹਾਂ, ਜਿੱਦਾਂ ਕਾਲੋਨੀ 'ਤੇ ਕਿਤੇ ਐਂਡ 'ਤੇ ਖਾਲੀ ਜਗ੍ਹਾ 'ਤੇ ਅਸੀਂ ਲਗਾ ਸਕਦੇ ਹਾਂ, ਜਾਂ ਆਪਣੇ ਘਰਾਂ 'ਚ ਹੀ ਕਿਤੇ ਪ੍ਰੋਵੀਜ਼ਨ ਰੱਖ ਸਕਦੇ ਹਾਂ, ਹੈ ਨਾ। ਫਿਰ ਯੂਜ਼ ਆਫ ਬਾਈਸਾਈਕਲਸ, ਅਗਰ ਥੋੜ੍ਹੀ ਡਿਸਟੈਂਸ 'ਤੇ ਜਾਣਾ ਆ, ਨਾਲ ਵਾਲੀ ਦੁਕਾਨ ਤੋਂ ਕੋਈ ਚੀਜ਼ ਲੈਣ ਜਾਣੀ ਆ ਤਾਂ ਬਾਈਸਾਈਕਲ 'ਤੇ ਚਲੇ ਜਾਓ, ਪੈਦਲ ਚਲੇ ਜਾਓ ਬਜਾਏ ਸਕੂਟੀ 'ਤੇ, ਬਾਈਕ 'ਤੇ ਜਾਣ ਦੀ। ਅਤੇ ਪ੍ਰੈਸ਼ਰ ਕੁੱਕਰਸ ਦੀ ਜਗ੍ਹਾ ਅਸੀਂ ਪ੍ਰੈਸ਼ਰ ਕੁੱਕਰਸ ਵੀ ਯੂਜ਼ ਕਰ ਸਕਦੇ ਹਾਂ। ਅੱਜ ਕੱਲ੍ਹ ਤਾਂ ਬਹੁਤ ਅੱਛੇ ਪ੍ਰੈਸ਼ਰ ਕੁੱਕਰਸ ਆ ਗਏ ਜਿਹੜੇ ਘੱਟ ਫਿਊਲ ਲੈਂਦੇ ਆ। ਔਰ ਇਹਨਾਂ ਦੀ LPG ਗੈਸ ਜਾਂ ਸਟੋਵਸ ਵਗੈਰਾ ਦੀ ਬਜਾਏ ਵੀ ਅਗਰ ਅਸੀਂ ਸੋਲਰ ਕੁੱਕਰਸ ਯੂਜ਼ ਕਰ ਲਈਏ, ਹੈ ਨਾ, ਉਹ ਜ਼ਿਆਦਾ ਸਾਨੂੰ ਬੈਨੀਫਿਸ਼ੀਅਲ ਆ। ਇਹਦੇ ਨਾਲ ਗੈਸ ਵੀ ਸੇਵ ਹੁੰਦੀ ਆ, ਪੋਲਿਊਸ਼ਨ ਵੀ ਨਹੀਂ ਹੁੰਦਾ ਹੈਗਾ।
ਔਰ ਐਨਰਜੀ ਵੀ ਬਚਦੀ ਆ। ਅਤੇ ਫਿਰ ਪਬਲਿਕ ਟਰਾਂਸਪੋਰਟ ਸਿਸਟਮ ਅਗਰ ਅਸੀਂ ਯੂਜ਼ ਕਰ ਲਈਏ, ਮੰਨ ਲਓ ਅਸੀਂ ਲੁਧਿਆਣੇ ਜਾਣਾ ਆ, ਆਪਣੀ ਕਾਰ ਦੀ ਬਜਾਏ ਅਗਰ ਅਸੀਂ ਸੇਫ ਪਬਲਿਕ ਟਰਾਂਸਪੋਰਟ, ਕਰੋਨਾ 'ਚ ਤਾਂ ਚਲੋ ਨਹੀਂ ਆਪਾਂ ਰੈਕਮੈਂਡ ਕਰਦੇ, ਪਰ ਵੈਸੇ ਅਗਰ ਅਸੀਂ ਪਬਲਿਕ ਟਰਾਂਸਪੋਰਟ, ਅੱਜ ਕੱਲ੍ਹ ਤਾਂ ਬੱਸਿਸ, AC ਬੱਸਿਸ ਵੀ ਹੈਗੀਆਂ ਆ, ਉਹਨਾਂ 'ਤੇ ਜਾਈਏ ਤਾਂ ਪੈਟਰੋਲ ਡੀਜ਼ਲ ਵੀ ਬਚਦਾ ਆ, ਆਟੋਮੈਟਿਕਲੀ ਐਨਰਜੀ ਵੀ ਸੇਵ ਹੁੰਦੀ ਆ, ਅਤੇ ਆਪਾਂ ਪੋਲਿਊਸ਼ਨ ਵੀ ਘਟੇਗਾ, ਹੈ ਨਾ, ਔਰ ਆਪਾਂ ਨੈਚੁਰਲ ਰਿਸੋਰਸਿਸ ਨੂੰ ਕੰਜ਼ਰਵ ਕਰ ਸਕਦੇ ਹਾਂ। ਜਿਹੜਾ ਇੱਕ ਦਿੱਲੀ ਗੌਰਮੈਂਟ ਅਰਵਿੰਦ ਕੇਜਰੀਵਾਲ ਚੀਫ ਮਿਨਿਸਟਰ ਨੇ ਔਡ ਈਵਨ ਫਾਰਮੂਲਾਜ਼ 2 ਸਾਲਾਂ ਤੋਂ ਚਲਾਇਆ ਹੋਇਆ ਹੈ ਦਿੱਲੀ ਦੇ ਵਿੱਚ, ਕਿ ਇੱਕ ਦਿਨ ਔਡ ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ, ਇੱਕ ਦਿਨ ਈਵਨ ਨੰਬਰ ਵਾਲੇ ਵਾਹੀਕਲਸ ਚੱਲਣਗੇ, ਤਾਂ ਉਹ ਵੀ ਇੱਕ ਗੁੱਡ ਵੇ ਆ, ਹਰ ਚੀਜ਼ ਨੂੰ ਕੰਟਰੋਲ ਕਰਦਾ ਹੈ, ਅਤੇ ਆਟੋਮੈਟਿਕਲੀ ਪੈਟਰੋਲ ਡੀਜ਼ਲ ਦੀ ਕੰਜ਼ੰਪਸ਼ਨ ਵੀ ਘੱਟ ਹੋਏਗੀ। ਫਿਰ ਫਿਊਲ ਐਫੀਸ਼ੀਐਂਟ ਇੰਜਨਸ ਜਿਹੜੇ ਆ ਉਹ ਮੋਟਰਸ 'ਚ ਯੂਜ਼ ਕਰਨੇ ਚਾਹੀਦੇ ਆ। ਹੁਣ ਤਾਂ ਉੱਥੇ CNG ਜਿਹੜੇ ਆਟੋਸ ਵਗੈਰਾ, ਬੱਸਿਸ ਵਗੈਰਾ ਵੀ ਚੱਲਦੀਆਂ ਆ, ਅਤੇ ਇਹ ਸਾਰੇ ਮੈਥਡਸ ਆ, ਸਮ ਆਫ ਦਾ ਸਟੈਪਸ ਆ, ਮੇਜਰਸ ਆ ਟੇਕਨ, ਜਿਨ੍ਹਾਂ ਨਾਲ ਅਸੀਂ ਕੰਜ਼ਰਵ ਕਰ ਸਕਦੇ ਹਾਂ ਆਪਣੇ ਨੈਚੁਰਲ ਰਿਸੋਰਸਿਸ। ਫਿਰ ਬੇਟਾ ਜੇ ਅਸੀਂ ਗੱਲ ਕਰੀਏ ਤਾਂ ਸੀਗਾ ਸਾਡਾ ਰੀਯੂਜ਼ ਆਫ ਮਟੀਰੀਅਲ, ਰਿਡਿਊਸ ਕਰਨਾ, ਕਿਵੇਂ ਅਸੀਂ ਬੱਚਤ ਕਰ ਸਕਦੇ ਹਾਂ ਐਨਰਜੀ ਦੀ, ਆਪਣੇ ਕਿਵੇਂ ਕੰਜ਼ਰਵ ਕਰ ਸਕਦੇ ਹਾਂ ਥਰੂ ਰਿਡਕਸ਼ਨ। ਫਿਰ ਸੈਕਿੰਡ ਹੈਗਾ ਆ ਰੀਯੂਜ਼। ਮਤਲਬ ਦੁਬਾਰਾ ਯੂਜ਼ ਕਰਨਾ। ਅਗਰ ਇੱਕ ਵਾਰੀ ਅਸੀਂ ਕੋਈ ਚੀਜ਼ ਯੂਜ਼ ਕਰ ਲਈ ਆ, ਤਾਂ ਅਗਰ ਪ੍ਰੋਵੀਜ਼ਨ ਹੈਗੀ ਹੈ ਕਿ ਅਸੀਂ ਉਹਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ ਆਪਣੇ ਕਿਚਨਸ ਜਾਂ ਆਪਣੇ ਹਾਊਸਿਸ, ਤਾਂ ਸਾਨੂੰ ਦੁਬਾਰਾ ਯੂਜ਼ ਕਰ ਲੈਣਾ ਚਾਹੀਦਾ ਆ। ਇਹ ਇੱਕ ਕਨਵੈਨਸ਼ਨਲ ਮੈਥਡ ਵੀ ਹੋਏਗਾ। ਹੁਣ ਘਰਾਂ 'ਚ ਦੇਖੋ ਕਿੰਨੀਆਂ ਚੀਜ਼ਾਂ ਹੁੰਦੀਆਂ ਆ, ਕੰਟੇਨਰਸ ਹੁੰਦੇ ਆ, ਅਤੇ ਕੱਪੜੇ ਤੁਹਾਡੇ ਹੋ ਗਏ, ਹੋਰ ਪਲਾਸਟਿਕ ਦੀ ਬੋਟਲ, ਵੈਸੇ ਪ੍ਰੈਫਰ ਕਰੀਏ ਕਿ ਅਸੀਂ ਕੱਚ ਦਾ ਸਮਾਨ ਲਈਏ, ਕੰਟੇਨਰਸ, ਜਾਰਸ, ਬੋਟਲਸ ਵਗੈਰਾ, ਪਰ ਇੱਕ ਅੱਧੀ 2 ਵਾਰ ਅਸੀਂ ਪਲਾਸਟਿਕ ਦੀ ਬੋਟਲਸ ਜਿਹੜੀਆਂ ਆ ਇਹ ਫਰਿੱਜ 'ਚ ਭਰ ਕੇ ਵੀ ਰੱਖ ਸਕਦੇ ਹਾਂ। ਜੇ ਹੈਗੀ ਆ, ਲੈਣੀ ਨਹੀਂ ਚਾਹੀਦੀ ਹੈਗੀ, ਬਟ ਜੇ ਹੈਗੀ ਆ ਤਾਂ ਉਹਨੂੰ ਰੀਯੂਜ਼ ਕਰ ਲਓ ਵਾਸ਼ ਕਰਕੇ। ਅਤੇ ਆਹ ਜਿਹੜੇ ਟਿਨ ਵਗੈਰਾ ਆ, ਇਹ ਵੀ ਕੋਸ਼ਿਸ਼ ਘੱਟ ਕਰੋ ਲੈਣ ਦੀ, ਅਤੇ ਜੇ ਲਏ ਵੀ ਆ ਤਾਂ ਇਹਨਾਂ ਨੂੰ ਥੋੜ੍ਹੇ ਟਾਈਮ ਧੋ ਕੇ ਅੱਛੀ ਤਰ੍ਹਾਂ ਸਟੀਰਾਈਲ ਕਰਕੇ ਯੂਜ਼ ਕਰ ਲਓ, ਫਿਰ ਇਹਨੂੰ ਡਿਸਕਾਰਡ ਕਰੋ। ਡਿਸਕਾਰਡ ਲਈ ਵੀ ਅਲੱਗ-ਅਲੱਗ ਜਗ੍ਹਾ 'ਤੇ ਕਰਨਾ ਚਾਹੀਦਾ, ਤਾਂ ਕਿ ਜਿਹੜੇ ਰੀਸਾਈਕਲ ਹੋ ਸਕਦੇ ਆ ਉਹਨਾਂ ਨੂੰ ਅਸੀਂ ਰੀਸਾਈਕਲ ਕਰ ਸਕੀਏ। ਨੈਕਸਟ ਜਿਹੜਾ ਹੈਗਾ ਆ ਥਰਡ R ਜਿਹੜਾ ਸਾਡਾ, ਉਹ ਰੀਸਾਈਕਲ ਹੀ ਆ। ਰੀਸਾਈਕਲ ਕਿ ਵੇਸਟ ਮਟੀਰੀਅਲ ਨੂੰ ਅਸੀਂ ਕਨਵਰਟ ਕਰ ਲਈਏ ਰੀਯੂਜ਼ੇਬਲ ਮਟੀਰੀਅਲ, ਤਾਂ ਕਿ ਜਿਹੜੇ ਮਟੀਰੀਅਲਸ ਆ ਜਿੰਨੇ ਕੁ ਦੁਬਾਰਾ ਯੂਜ਼ ਹੋ ਸਕਦੇ ਆ ਉਹਨਾਂ ਨੂੰ ਆਪਾਂ ਰੀਯੂਜ਼ ਕਰ ਲਈਏ ਆਫਟਰ ਰੀਸਾਈਕਲਿੰਗ, ਹੈ ਨਾ। ਅਤੇ ਜਿਵੇਂ ਪਲਾਸਟਿਕ ਬੋਟਲਸ ਵਗੈਰਾ ਹੈਗੀਆਂ ਆ, ਪੇਪਰ ਨੂੰ ਅਸੀਂ ਰੀਸਾਈਕਲ ਕਰ ਸਕਦੇ ਹਾਂ, ਕਾਰਡਬੋਰਡ, ਲੱਕੜੀ ਦਾ ਕੋਈ ਸਮਾਨ ਆ ਉਹਨੂੰ ਅਸੀਂ ਰੀਸਾਈਕਲ ਕਰ ਸਕਦੇ ਹਾਂ। ਤਾਂ ਰੀਸਾਈਕਲ ਕਰਨ ਲਈ ਜਿਹੜਾ ਸਭ ਤੋਂ ਮੇਨ ਸਟੈਪ ਆ ਉਹ ਹੈਗਾ ਆ ਸੈਗਰੀਗੇਟ ਟਰੈਸ਼ਿਸ ਪ੍ਰੋਪਰਲੀ। ਟਰੈਸ਼ਿਸ ਮਤਲਬ ਵੇਸਟ ਮਟੀਰੀਅਲ, ਸੈਗਰੀਗੇਟ ਮਤਲਬ ਸੈਪਰੇਟ ਕਰਨਾ। ਤਾਂ ਅੱਜ ਕੱਲ੍ਹ ਤਾਂ ਹਰ ਸੀਰੀਅਲ 'ਚ, ਹਰ ਐਡ 'ਤੇ, ਕਾਲਜ ਵੀ ਤੁਹਾਨੂੰ ਪਤਾ ਆਪਾਂ ਅਲੱਗ-ਅਲੱਗ ਡਸਟਬਿਨਸ ਲਗਾਉਂਦੇ ਹਾਂ। ਅੱਜ ਕੱਲ੍ਹ ਤਾਂ ਉਹ ਜਿਹੜੀ ਗੌਰਮੈਂਟ ਦੀ ਮਿਊਨਿਸਪਲ ਕਾਰਪੋਰੇਸ਼ਨ ਦੀ ਵੈਨ ਆਉਂਦੀ ਹੈ ਕੂੜਾ ਚੁੱਕਣ ਵਾਲੀ, ਉਹ ਵੀ ਗਾਣੇ ਲੱਗੇ ਹੁੰਦੇ ਆ, ਗੀਲਾ ਕਚਰਾ ਅਲੱਗ, ਸੁੱਕਾ ਕਚਰਾ ਅਲੱਗ, ਇੱਦਾਂ। ਥਰਡ ਡਸਟਬਿਨ ਹੁੰਦਾ ਆ ਜਿਹੜਾ ਬਿਲਕੁਲ ਹੀ ਡਿਸਕਾਰਡ ਨਹੀਂ ਹੁੰਦਾ, ਡਿਕੰਪੋਜ਼ ਨਹੀਂ ਹੁੰਦਾ, ਉਹਨੂੰ ਥਰਡ ਡਸਟਬਿਨ 'ਚ ਪਾਉਂਦੇ ਆ। ਕਲਰ ਵਾਈਜ਼ ਵੀ ਆਪਾਂ ਬਲਿਊ, ਗ੍ਰੀਨ, ਰੈੱਡ ਇੱਦਾਂ ਕਰ ਸਕਦੇ ਹਾਂ, ਉੱਪਰ ਲਿਖ ਸਕਦੇ ਹਾਂ। ਤਾਂ ਸੈਗਰੀਗੇਸ਼ਨ ਆਫ ਟਰੈਸ਼ਿਸ ਮਤਲਬ ਸੈਪਰੇਸ਼ਨ ਆਫ ਵੇਸਟ ਮਟੀਰੀਅਲ ਬਹੁਤ ਜ਼ਰੂਰੀ ਹੈ ਕਿ ਅਲੱਗ-ਅਲੱਗ ਡਸਟਬਿਨ 'ਚ ਅਲੱਗ-ਅਲੱਗ ਮਟੀਰੀਅਲ ਪਾਓ। ਫਿਰ ਜਿਹੜਾ ਰੀਸਾਈਕਲ, ਜਿਵੇਂ ਹੁਣ ਜਿਹੜੇ ਸਬਜ਼ੀਆਂ ਦੇ ਹੈਗੇ ਆ, ਫਰੂਟਸ ਹੋ ਗਏ ਗਲੇ ਸੜੇ, ਸਬਜ਼ੀਆਂ ਦੇ ਛਿਲਕੇ ਵਗੈਰਾ ਹੈਗੇ ਆ, ਬ੍ਰੈਡ ਵਗੈਰਾ ਹੈਗੀ ਆ, ਰੋਟੀ ਹੈਗੀ ਆ, ਇਹ ਡੀਕੰਪੋਜ਼ ਹੋ ਸਕਦੀ ਆ। ਤਾਂ ਇਹਨੂੰ
ਆਪਾਂ ਇਹਨਾਂ ਤੋਂ ਕੰਪੋਸਟ ਤਿਆਰ ਕਰ ਸਕਦੇ ਹਾਂ। ਕੰਪੋਸਟ ਮਤਲਬ ਖਾਦ ਵਗੈਰਾ ਇਹਨਾਂ ਤੋਂ ਬਣਾ ਸਕਦੇ ਹਾਂ। ਆਰਗੈਨਿਕ ਖਾਦ ਉਹ ਅਸੀਂ ਖੇਤਾਂ 'ਚ ਯੂਜ਼ ਕਰ ਸਕਦੇ ਹਾਂ। ਪੇਪਰ ਨੂੰ ਰੀਸਾਈਕਲ ਕਰ ਸਕਦੇ ਹਾਂ। ਪਹਿਲਾਂ ਤਾਂ ਜਿਹੜਾ ਪੇਪਰ ਆ ਤੁਸੀਂ ਕੋਸ਼ਿਸ਼ ਕਰੋ ਅੱਗੇ ਪਿੱਛੇ ਲਿਖੋ, ਜਿੱਥੇ ਸਾਨੂੰ ਪੇਪਰ ਦੀ ਨਹੀਂ ਲੋੜ ਹੈਗੀ ਉੱਥੇ ਅਸੀਂ ਪੇਪਰ ਨਾ ਲਈਏ, ਡਿਜੀਟਲ ਕੰਮ ਕਰ ਲਈਏ। ਜਿੱਥੇ ਡਿਜੀਟਲ ਨਹੀਂ ਹੁੰਦਾ ਹੈਗਾ, ਪੇਪਰ ਦੀ ਹੀ ਲੋੜ ਪੈਂਦੀ ਆ, ਤਾਂ ਉਹਦਾ ਪੂਰਾ ਪੇਪਰ ਭਰ ਲਈਏ ਅਸੀਂ। ਫਿਰ ਉਹਨੂੰ ਟਰੈਸ਼ ਕਰੀਏ ਅਤੇ ਅਲੱਗ ਡਸਟਬਿਨ 'ਚ ਟਰੈਸ਼ ਕਰੀਏ ਤਾਂ ਕਿ ਉਹ ਰੀਸਾਈਕਲ ਹੋ ਸਕੇ। ਤਾਂ ਇਹ ਸਾਰੇ ਸਟੈਪਸ ਆ। ਈ ਵੇਸਟ ਵੀ ਅਸੀਂ ਰੀਸਾਈਕਲ ਕਰ ਸਕਦੇ ਹਾਂ। ਇਹਨੂੰ ਵੀ ਅਸੀਂ ਅਲੱਗ-ਅਲੱਗ, ਜਿਵੇਂ ਪਲਾਸਟਿਕ ਦੀ ਜਿਹੜੀ ਚੀਜ਼ ਉਹ ਪਲਾਸਟਿਕ ਵਾਲੇ ਡੱਬੇ 'ਚ ਪਾ ਦਈਏ। ਕੰਪਿਊਟਰ ਬਾਡੀ, ਮੋਬਾਈਲ ਵਗੈਰਾ ਜਿਹੜੇ ਇਹ ਪਲਾਸਟਿਕ ਦੇ ਹੀ ਬਣੇ ਆ। ਕਿਤੇ ਕਿਤੇ ਆਇਰਨ ਹੋਏਗਾ, ਕਿਤੇ ਕਿਤੇ ਹੋਰ ਮਟੀਰੀਅਲ ਹੋਏਗਾ, ਐਲੂਮੀਨੀਅਮ ਵਗੈਰਾ। ਤਾਂ ਉਹਨੂੰ ਅਲੱਗ-ਅਲੱਗ ਟਰੈਸ਼ ਕਰਕੇ ਅਸੀਂ ਰੀਸਾਈਕਲ ਕਰ ਸਕਦੇ ਹਾਂ। ਹੁਣ ਇਹ ਨਹੀਂ ਹੈਗਾ ਕਿ ਇੱਕਦਮ ਅਸੀਂ ਟਰੈਸ਼ ਕਰ ਦੇਣਾ ਆ। ਪਹਿਲਾਂ ਤੁਸੀਂ ਪਹਿਲਾਂ ਦੇਖੋ ਕਿ ਇਹ ਰਿਪੇਅਰ ਹੋ ਸਕਦਾ ਕਿ ਨਹੀਂ। ਜੇ ਰਿਪੇਅਰ ਹੋ ਸਕਦਾ ਹੈ ਤਾਂ ਰਿਪੇਅਰ ਕਰਕੇ ਯੂਜ਼ ਕਰ ਲਓ ਥੋੜ੍ਹੇ ਟਾਈਮ। ਫਿਰ ਜੇ ਬਿਲਕੁਲ ਹੀ ਡਿਸਕਾਰਡ ਕਰਨ ਵਾਲਾ ਹੋਇਆ ਤਾਂ ਉਹਨੂੰ ਡਿਸਕਾਰਡ ਕਰੋ। ਫਿਰ ਬੇਟਾ ਹੈਗਾ ਡੀਫੋਰੈਸਟੇਸ਼ਨ, ਕਟਿੰਗ ਆਫ ਟਰੀਜ਼, ਹੈ ਨਾ। ਇਹ ਜੇ ਹੁਣ ਅਸੀਂ ਟਰੀਜ਼ ਸਭ ਤੋਂ ਇੰਪੋਰਟੈਂਟ ਰੋਲ ਪਲੇ ਕਰਦੇ ਆ ਕੰਜ਼ਰਵੇਸ਼ਨ ਆਫ ਨੈਚੁਰਲ ਰਿਸੋਰਸਿਸ, ਪੋਲਿਊਸ਼ਨ ਨੂੰ ਕੰਟਰੋਲ ਕਰਨ 'ਚ, ਕਲੀਨ ਗ੍ਰੀਨ ਅਰਥ ਕਰਨ 'ਚ। ਅਤੇ ਜੇ ਪਲਾਂਟਸ ਨੂੰ ਕੱਟੀ ਜਾਵਾਂਗੇ ਤਾਂ ਇੱਕ ਦਿਨ ਆਊਗਾ ਕਿ ਪਲਾਂਟਸ ਐਕਸਟਿੰਕਟ ਹੋ ਗਏ। ਔਰ ਪਲਾਂਟਸ ਐਕਸਟਿੰਕਟ ਹੋ ਗਏ ਤਾਂ ਤੁਹਾਨੂੰ ਪਤਾ ਹੀ ਆ ਆਕਸੀਜਨ ਨਹੀਂ ਮਿਲਣੀ, ਏਅਰ ਪੋਲਿਊਟਿਡ ਹੋਏਗੀ, ਅਸੀਂ ਮਰ ਜਾਵਾਂਗੇ। ਤਾਂ ਅਲਟੀਮੇਟਲੀ ਕਟਿੰਗ ਆਫ ਪਲਾਂਟਸ ਵਿਲ ਲੀਡ ਟੂ ਦਾ ਡੈਥ ਆਫ ਲਿਵਿੰਗ ਆਰਗੈਨਿਜ਼ਮ। ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਟਰੀਜ਼ ਜਿਹੜੇ ਉਹ ਪਲਾਂਟਸ ਲਗਾਉਣੇ ਚਾਹੀਦੇ ਆ। ਟਰੀਜ਼ ਹੁਣ ਜਿਹੜੇ ਟਰੀਜ਼ ਲਗਾਉਣੇ ਤਾਂ ਚਾਹੀਦੇ ਹੀ ਆ, ਪਰ ਜਿਹੜੇ ਲੱਗੇ ਹੋਏ ਆ ਆਲਰੇਡੀ ਉਹਨਾਂ ਨੂੰ ਕੰਜ਼ਰਵ ਵੀ ਕਰਨਾ ਆ। ਕੰਜ਼ਰਵੇਸ਼ਨ ਆਫ ਫੋਰੈਸਟ, ਹੈ ਨਾ, ਵਾਈਲਡ ਲਾਈਫ, ਇਹ ਸਾਰੇ ਅਸੀਂ ਕੰਜ਼ਰਵ ਕਰਾਂਗੇ ਤਾਂ ਆਪਣੇ ਆਪ ਹੀ ਸਾਡੇ ਰਿਸੋਰਸਿਸ ਜਿਹੜੇ ਆ ਨੈਚੁਰਲ ਉਹ ਕੰਜ਼ਰਵ ਹੋ ਜਾਣੇ ਆ। ਹੁਣ ਕੰਜ਼ਰਵੇਸ਼ਨ ਆਫ ਫੋਰੈਸਟ ਆਈ ਥਿੰਕ ਮੈਨੂੰ ਬਹੁਤ ਜ਼ਿਆਦਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ। ਅਨਪਲੈਨਡ ਕਟਿੰਗ ਨਹੀਂ ਹੋਣੀ ਚਾਹੀਦੀ ਫੋਰੈਸਟ ਦੀ, ਟਰੀਜ਼ ਦੀ। ਇਹ ਪ੍ਰੋਹਿਬਿਟਡ ਹੋਣੀ ਚਾਹੀਦੀ ਆ। ਕੋਈ ਪੈਨਲਟੀ, ਫਾਈਨ, ਭਾਵੇਂ ਗੌਰਮੈਂਟ ਨੇ ਹੁਣ ਬਹੁਤ ਸਾਰੇ ਐਕਟਸ ਬਣਾਏ ਹੋਏ ਆ, ਸਾਨੂੰ ਸਟ੍ਰਿਕਟਲੀ ਫੋਲੋ ਕਰਨਾ ਚਾਹੀਦਾ ਆ। ਅਤੇ ਜੇ ਅਸੀਂ ਉਹਨਾਂ ਤੋਂ ਫਿਊਲ ਲੈਣਾ ਆ, ਫੋਰੈਸਟ ਪ੍ਰੋਡਕਟਸ ਲੈਣੇ ਆ, ਤਾਂ ਉਹ ਵੀ ਸਾਨੂੰ ਧਿਆਨ ਨਾਲ ਲੈਣੇ ਚਾਹੀਦੇ ਆ ਕਿ ਸਾਰਿਆਂ ਨੂੰ ਮਿਲਣ ਅਤੇ ਫਿਊਚਰ ਜਨਰੇਸ਼ਨ ਲਈ ਵੀ ਉਹ ਬਚ ਜਾਣ। ਦੈਨ ਫੋਰੈਸਟ ਫਾਇਰ, ਇਨਸੈਕਟਸ, ਇਹਨਾਂ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਫੋਰੈਸਟ ਫਾਇਰ ਵਗੈਰਾ ਤੋਂ ਬਚੇ ਰਹਿਣ। ਵੈਸੇ ਫੋਰੈਸਟ ਫਾਇਰ ਜਿਹੜੀ ਹੈ ਕੁਛ ਹੱਦ ਤੱਕ ਅੱਛੀ ਵੀ ਹੈ ਕਿਉਂਕਿ ਨਿਊਟ੍ਰੀਐਂਟਸ ਅਸੀਂ ਤਾਂ ਪਾਣ ਨਹੀਂ ਜਾਂਦੇ ਹੈਗੇ। ਫੋਰੈਸਟ ਦੇ ਨਿਊਟ੍ਰੀਐਂਟ ਸਾਈਕਲਿੰਗ ਲਈ ਫੋਰੈਸਟ ਫਾਇਰ ਲੱਗਣਾ ਜ਼ਰੂਰੀ ਹੈ, ਪਰ ਓਨੀ ਕੁ ਫਾਇਰ ਠੀਕ ਆ। ਲੇਕਿਨ ਇਹ ਨਹੀਂ ਕਿ ਪੂਰੇ ਦੇ ਪੂਰੇ ਜੰਗਲ ਜਿਹੜੇ ਉਹ ਤਬਾਹ ਹੋ ਜਾਣ। ਤਾਂ ਫੋਰੈਸਟ ਡਿਪਾਰਟਮੈਂਟ ਨੂੰ ਬੰਦੇ ਅਪੋਇੰਟ ਕਰਨੇ ਚਾਹੀਦੇ ਆ ਕਿ ਧਿਆਨ ਰੱਖਣ। ਇਸੇ ਤਰ੍ਹਾਂ ਸਾਨੂੰ ਵਾਈਲਡ ਲਾਈਫ ਨੂੰ ਬਚਾਉਣਾ ਚਾਹੀਦਾ ਆ। ਫੋਰੈਸਟ ਬਚ ਗਏ, ਵਾਈਲਡ ਲਾਈਫ ਵੀ ਬਚ ਜਾਊਗੀ, ਕਿਉਂਕਿ ਫੋਰੈਸਟ ਖਤਮ ਹੋਏ ਤਾਂ ਵਾਈਲਡ ਲਾਈਫ ਦਾ ਘਰ ਖਤਮ ਹੋਏਗਾ। ਤਾਂ ਇਹ ਸਾਰੇ ਇੱਕ ਨੂੰ ਬਚਾਇਆ ਤਾਂ ਆਪਣੇ ਆਪ ਹੀ ਵਾਈਲਡ ਲਾਈਫ ਵੀ ਬਚ ਜਾਣੀ ਆ। ਨੈਸ਼ਨਲ ਪਾਰਕ, ਸੈਂਚੁਰੀਜ਼, ਬਾਇਓਸਫੀਅਰ ਵਗੈਰਾ ਇਹਨਾਂ ਸਾਰਿਆਂ ਨੂੰ ਸਾਨੂੰ ਬਚਾਉਣਾ ਚਾਹੀਦਾ ਆ। ਸਾਨੂੰ ਗਾਈਡਲਾਈਨਸ ਟਾਈਮ ਟੂ ਟਾਈਮ ਯੂਨੈਸਕੋ ਦੀਆਂ, ਫੋਰੈਸਟ ਡਿਪਾਰਟਮੈਂਟ, ਇੰਡੀਅਨ ਗੌਰਮੈਂਟ ਦੀ ਫੋਲੋ ਕਰਨੀਆਂ ਚਾਹੀਦੀਆਂ ਤਾਂ ਕਿ ਅਸੀਂ ਇਹਨਾਂ ਨੂੰ ਕੰਜ਼ਰਵ ਕਰ ਸਕੀਏ। ਦੈਨ ਸਰਵੇ ਪ੍ਰੋਪਰ ਹੋਣੇ ਚਾਹੀਦੇ ਆ ਗੌਰਮੈਂਟ ਡਿਪਾਰਟਮੈਂਟ ਨੂੰ ਤਾਂ ਕਿ ਪਾਪੂਲੇਸ਼ਨ, ਜਿਵੇਂ ਹੁਣ ਪਤਾ ਕਿਵੇਂ ਲੱਗਦਾ ਹੈ ਕਿ ਲਾਇਨ ਦੀ ਗਿਣਤੀ ਘੱਟ ਗਈ, ਟਾਈਗਰ ਦੀ ਘੱਟ ਗਈ, ਡੋਡੋ ਬਰਡਸ ਦੀ ਘੱਟ ਗਈ ਆ। ਸਰਵੇ ਹੋਏਗਾ ਤਾਂ ਹੀ ਪਤਾ ਲੱਗੇਗਾ। ਤਾਂ ਇਹ ਸਾਰੇ ਜਿਹੜੇ ਆ, ਗ੍ਰੇਜ਼ਿੰਗ ਨਹੀਂ ਹੋਣੀ ਚਾਹੀਦੀ, ਅਨਅਥੋਰਾਈਜ਼ਡ ਫੈਲਿੰਗ ਆਫ ਟਰੀਜ਼, ਇਹ ਪੈਨਲਟਾਈਜ਼ਡ ਹੋਣੀ ਚਾਹੀਦੀ ਆ। ਹੁਣ ਜੇ ਅਸੀਂ ਟਰੀ ਨੂੰ ਬਚਾਵਾਂਗੇ ਤਾਂ ਆਪਣੇ ਆਪ ਹੀ ਪੇਪਰ ਵੀ ਬਚੂਗਾ। ਪੇਪਰ ਨੂੰ ਬਚਾਵਾਂਗੇ ਤਾਂ ਟਰੀ ਬਚੂਗੇ, ਹੈ ਨਾ। ਹੁਣ ਤੁਹਾਨੂੰ ਵੀ ਪਤਾ ਹੀ ਆ ਕਿ ਜੇ ਇੱਕ ਮੰਨ ਲਓ 3000 ਪੇਪਰ ਦੀ ਸ਼ੀਟਸ ਜਿਹੜੀਆਂ ਆ ਉਹ 17 ਟਰੀਜ਼ ਤੋਂ ਬਣਦੀਆਂ ਆ। ਤਾਂ 17 ਟਰੀਜ਼ ਜਿਹੜੇ ਆ
ਆਟੋਮੈਟਿਕਲੀ ਬਚ ਜਾਣੇ ਆ ਜਦੋਂ ਅਸੀਂ ਬੰਡਲ ਆਫ ਪੇਪਰ ਸੇਵ ਕਰਾਂਗੇ। ਤਾਂ ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੀ ਗੱਲਾਂ ਜਿਹੜੀਆਂ ਆ ਇਹ ਸਾਨੂੰ ਧਿਆਨ 'ਚ ਰੱਖਣ ਚਾਹੀਦੀਆਂ ਆ, ਤਾਂ ਅਸੀਂ ਆਟੋਮੈਟਿਕਲੀ ਜਿਹੜੇ ਆਪਣੇ ਰਿਸੋਰਸਿਸ ਆ ਕੰਜ਼ਰਵ ਕਰ ਪਾਵਾਂਗੇ। ਫਿਰ ਬੇਟਾ ਇਹ ਜਿਹੜਾ ਸਟੇਕ ਹੋਲਡਰਸ ਵਾਲਾ ਕੰਸੈਪਟ ਆ ਇਹ ਬਾਰ-ਬਾਰ ਆਉਂਦਾ ਆ। ਤਾਂ ਸਟੇਕ ਹੋਲਡਰਸ ਕੀ ਹੁੰਦੇ ਆ? ਜਿਹੜੇ ਪੀਪਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਡਿਪੈਂਡੈਂਟ ਹੁੰਦੇ ਆ ਫੋਰੈਸਟ ਰਿਸੋਰਸਿਸ 'ਤੇ। ਥੀਸ ਰਿਸੋਰਸਿਸ ਮਤਲਬ ਨੈਚੁਰਲ ਫੋਰੈਸਟ ਰਿਸੋਰਸਿਸ ਹੋ ਗਏ, ਉਹਨਾਂ ਨੂੰ ਆਪਾਂ ਕਹਿੰਦੇ ਆ ਸਟੇਕ ਹੋਲਡਰਸ। ਹੁਣ ਸਟੇਕ ਹੋਲਡਰਸ ਆਪਾਂ ਨੂੰ ਪਤਾ ਆ ਕਿ ਜਿਹੜੇ ਲੋਕਲ ਪੀਪਲ ਆ ਫੋਰੈਸਟ ਦੇ ਆਲੇ ਦੁਆਲੇ ਰਹਿੰਦੇ ਆ, ਉਹਨਾਂ ਨੂੰ ਫੂਡ, ਵੁੱਡ, ਅਦਰ ਫੋਰੈਸਟ ਪ੍ਰੋਡਕਟਸ ਉਹ ਯੂਜ਼ ਕਰਦੇ ਆ ਆਪਣੇ ਇਕਨੋਮਿਕ ਲਾਈਵਲੀਹੁੱਡ ਲਈ। ਫੋਰੈਸਟ ਡਿਪਾਰਟਮੈਂਟ, ਗੌਰਮੈਂਟ ਦੇ ਇੰਡਸਟਰੀਅਲਿਸਟ, ਵਾਈਲਡ ਲਾਈਫ, ਫੋਰੈਸਟ ਐਕਟੀਵਿਟੀਜ਼, ਇਹ ਸਾਰੀਆਂ ਜਿਹੜੀਆਂ ਸਟੇਕ ਹੋਲਡਰਸ ਇਹ ਡਿਪੈਂਡੈਂਟ ਹੁੰਦੇ ਆ। ਸਟੇਕ ਹੋਲਡਰਸ ਮਤਲਬ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਸਟੇਕ ਹੋਲਡਰ। ਹੁਣ ਇੱਥੇ ਇਹਨਾਂ ਦਾ ਪੜ੍ਹਨ ਦਾ ਕੀ ਮਕਸਦ ਸੀਗਾ ਇਸ ਟੌਪਿਕ ਦਾ ਕਿ ਸਟੇਕ ਹੋਲਡਰਸ ਜਿਹੜੇ ਆ ਉਹਨਾਂ 'ਤੇ ਹੀ ਡਿਪੈਂਡੈਂਟ ਹੁੰਦਾ ਆ ਕਿ ਆਪਾਂ ਆਪਣੇ ਨੈਚੁਰਲ ਜਿਹੜੇ ਰਿਸੋਰਸਿਸ ਆ, ਵਾਈਲਡ ਲਾਈਫ ਹੋ ਗਈ, ਫੋਰੈਸਟ ਹੋ ਗਈ, ਕੰਜ਼ਰਵ ਕਰ ਸਕਦੇ ਹਾਂ ਇਹਨਾਂ ਦੇ ਥਰੂ। ਜੇ ਅਸੀਂ ਸਮਝਦਾਰ ਹਾਂ ਤਾਂ ਆਪਣੇ ਆਪ ਹੀ ਇਹ ਕੰਜ਼ਰਵ ਹੋ ਗਏ। ਤਾਂ ਸਾਡਾ ਜਾਂ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਨ ਕੰਜ਼ਰਵੇਸ਼ਨ ਆਫ ਨੈਚੁਰਲ ਰਿਸੋਰਸਿਸ। ਫੋਰੈਸਟ ਸਾਡੇ ਨੈਚੁਰਲ ਰਿਸੋਰਸਿਸ ਆ, ਟਰੀਜ਼ ਕਹਿ ਲਓ, ਫੋਰੈਸਟ ਕਹਿ ਲਓ, ਵਾਈਲਡ ਲਾਈਫ। ਤਾਂ ਦੱਸਿਆ ਹੋਇਆ ਆ ਪੀਪਲ ਦੇ ਇੰਪੋਰਟੈਂਟ ਰੋਲ ਹੁੰਦੇ ਆ ਇਨ ਕੰਜ਼ਰਵੇਸ਼ਨ ਆਫ ਨੈਚੁਰਲ ਰਿਸੋਰਸਿਸ, ਹੈ ਨਾ। ਚਿਪਕੋ ਮੂਵਮੈਂਟ ਸੀਗੀ, ਇਹ ਜਸਟ 1-2 ਐਗਜ਼ਾਮਪਲਸ ਆ। ਚਿਪਕੋ ਅੰਦੋਲਨ ਮੂਵਮੈਂਟ ਜਿਹੜੀ ਸੀ ਉਹਦੇ 5 F ਜਿਹੜੇ ਸੀਗੇ ਸਲੋਗਨ ਉਹਦਾ ਸੀ, ਫੂਡ, ਫੋਡਰ, ਫਿਊਲ, ਫਾਈਬਰ, ਫਰਟੀਲਾਈਜ਼ਰ। ਫੋਡਰ ਮੈਨੇ ਪਸ਼ੂਆਂ ਦਾ ਚਾਰਾ, ਫਰਟੀਲਾਈਜ਼ਰ ਵਗੈਰਾ ਤੁਹਾਨੂੰ ਪਤਾ ਹੀ ਹੈ, ਖਾਦ, ਹੈ ਨਾ। ਅਤੇ ਹੁਣ ਟਰੀਜ਼ 17 ਟਰੀਜ਼ ਜਿਹੜੇ ਆ 1 ਟਨ ਪੇਪਰ ਬਣਾਉਂਦੇ ਆ। ਤਾਂ ਜੇ ਪੇਪਰ ਸੇਵ ਕਰੋਗੇ ਟਰੀ ਸੇਵ ਹੋ ਗਿਆ, ਟਰੀ ਸੇਵ ਕਰੋਗੇ ਤਾਂ ਪੇਪਰ ਸੇਵ ਹੋ ਗਿਆ। ਅਤੇ ਹੁਣ ਜੇ 1 ਟਨ ਜਾਂ 1 ਟਨ ਤੋਂ ਘੱਟ ਪੇਪਰ ਆ ਅਸੀਂ ਨਾ ਬਣਾਈਏ, ਥੋੜ੍ਹਾ ਕੰਮ ਡਿਜੀਟਲੀ ਕਰ ਲਈਏ ਜਾਂ ਰੀਯੂਜ਼ ਕਰ ਲਈਏ ਪੇਪਰ, ਤਾਂ ਸਾਡੇ 17 ਦਰੱਖਤ ਬਚਦੇ ਆ, 300 ਗੈਲਨਸ ਆਇਲ ਬਚਦਾ ਆ, ਵਾਟਰ ਬਚਦਾ ਆ, ਏਅਰ ਪੋਲਿਊਸ਼ਨ ਨਹੀਂ ਹੁੰਦੀ, ਐਨਰਜੀ ਬਚਦੀ ਆ। ਅਤੇ ਲੈਂਡਫਿਲ ਸਪੇਸਿਸ 'ਚ ਅਸੀਂ ਇੰਨੇ ਕਿਊਬਿਕ ਯਾਰਡ ਜਿਹੜੀ ਆ ਉੱਥੇ ਅਸੀਂ ਵੇਸਟ ਮਟੀਰੀਅਲ ਪਾਉਂਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਨਾਲ ਸਾਡੇ ਫਰਕ ਪੈਂਦਾ ਹੈ ਕਿ ਸਾਡੇ ਡੀਗ੍ਰੇਡੇਸ਼ਨ ਬਚ ਜਾਏਗਾ ਨੈਚੁਰਲ ਰਿਸੋਰਸਿਸ ਦਾ। ਫਿਰ ਅਦਰ ਜਿਹੜਾ ਨੈਚੁਰਲ ਰਿਸੋਰਸ ਹੈਗਾ ਆ ਉਹ ਵਾਟਰ ਆ। ਤਾਂ ਵਾਟਰ ਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਆ, ਜੇ ਵਾਟਰ ਸੇਵ ਕਰਾਂਗੇ ਤਾਂ ਲਾਈਫ ਆਪਣੇ ਆਪ ਸੇਵ ਹੋ ਜਾਏਗੀ। ਹੁਣ ਕਿਵੇਂ, ਇਹ ਤਾਂ ਬੱਚਿਆਂ ਵਾਲੇ ਟੌਪਿਕ ਆ ਕਿ ਅਸੀਂ ਘੱਟ ਬਾਲਟੀ 'ਚ ਭਰ ਕੇ ਬਾਥਿੰਗ ਕਰ ਸਕਦੇ ਹਾਂ ਬਜਾਏ ਸ਼ਾਰ ਦੇ। ਟੋਇਲੇਟਸ, ਇਹ ਨਹੀਂ ਕਿ ਹੁਣ ਟੋਇਲੇਟ ਇੱਕ ਵਾਰੀ ਫਲੱਸ਼ ਕਰਦੇ ਹਾਂ ਆਪਾਂ ਟੋਇਲੇਟ ਤਾਂ 6 ਲੀਟਰ ਵਾਟਰ ਜਿਹੜਾ ਉਹ ਵੇਸਟ ਹੁੰਦਾ ਆ। ਤਾਂ ਫਲੱਸ਼ ਤਾਂ ਕਰਨਾ ਜ਼ਰੂਰੀ ਆ, ਇਹ ਨਹੀਂ ਹੈਗਾ, ਪਰ ਇਹ ਨਹੀਂ ਕਿ ਬਾਰ-ਬਾਰ ਉਹਨੂੰ ਕਰੀ ਜਾਓ। ਟੈਪ ਅਗਰ ਰਨ ਕਰ ਰਿਹਾ ਆ ਤਾਂ ਉਹਨੂੰ ਬੰਦ ਕਰ ਦਿਓ ਨਾ, ਲੀਕ ਹੋ ਰਿਹਾ ਆ। ਇਹ ਨਹੀਂ ਕਿ ਵੈਜੀਟੇਬਲਸ ਧੋਣੀ ਆ ਤਾਂ ਤੁਸੀਂ ਪਾਣੀ ਬਰੱਸ਼ ਕਰਨਾ ਆ, ਆਵਾਗੌਨ ਪਾਣੀ ਚਲਾਈ ਜਾਓ, ਨੋ, ਤੁਸੀਂ ਬੰਦ ਕਰਕੇ ਬਰੱਸ਼ ਕਰ ਸਕਦੇ ਆ। ਫਿਰ ਬੇਟਾ ਲੀਕੇਜ ਅਗਰ ਟੈਪਸ ਦੀ ਹੈਗੀ ਆ, ਕਿਸੇ ਪਾਈਪ ਦੀ ਹੈਗੀ ਆ, ਉਹਨੂੰ ਤੁਰੰਤ ਰਿਪੇਅਰ ਕਰਾਓ ਤਾਂ ਕਿ ਪਾਣੀ ਤੁਹਾਡਾ ਬਚ ਸਕੇ। ਫਿਰ ਹੁਣ ਏਅਰ ਪੋਲਿਊਸ਼ਨ ਅਗਰ ਅਸੀਂ ਸਟੋਪ ਕਰਾਂਗੇ ਤਾਂ ਆਟੋਮੈਟਿਕਲੀ ਜਿਹੜਾ ਸਾਡਾ ਨੈਚੁਰਲ ਰਿਸੋਰਸ ਏਅਰ ਆ ਉਹਨੂੰ ਅਸੀਂ ਕੰਜ਼ਰਵ ਕਰ ਪਾਵਾਂਗੇ। ਹੁਣ ਕਿਉਂ ਏਅਰ ਸਾਡੇ ਲਈ ਇੰਪੋਰਟੈਂਟ ਆ? ਕਿਉਂਕਿ ਲਾਈਫ ਗਰੋਥ ਪਲਾਂਟਸ ਦੀ, ਸਾਡੀ ਐਨੀਮਲਸ ਦੀ ਏਅਰ 'ਤੇ ਡਿਪੈਂਡੈਂਟ ਆ। ਕੰਬਸ਼ਨ, ਹੈ ਨਾ, ਮੇਨਟੇਨਿੰਗ ਟੈਂਪਰੇਚਰ ਨੂੰ ਮੇਨਟੇਨ ਕਰਨ 'ਚ ਏਅਰ ਹੈਲਪ ਕਰਦੀ ਆ। ਐਨਰਜੀ ਸਾਨੂੰ ਮਿਲਦੀ ਆ।
ਬਹੁਤ ਸਾਰੀ ਗੈਸ਼ੀਅਸ ਕੰਪੋਨੈਂਟਸ ਏਅਰ 'ਚ ਪ੍ਰੈਜ਼ੈਂਟ ਹੁੰਦੇ ਆ, ਫੋਟੋਸਿੰਥਸਿਸ ਏਅਰ 'ਤੇ ਡਿਪੈਂਡੈਂਟ ਹੁੰਦੀ ਆ। ਤਾਂ ਇਹ ਸਾਰੇ ਯੂਜ਼ਸ ਕਰਕੇ ਅਸੀਂ ਏਅਰ ਯੂਜ਼ ਕਰਦੇ ਹਾਂ, ਸਾਡੇ ਲਈ ਇੰਪੋਰਟੈਂਟ ਆ, ਤਾਂ ਕਰਕੇ ਸਾਨੂੰ ਏਅਰ ਨੂੰ ਕੰਜ਼ਰਵ ਕਰਨਾ ਜਿਹੜਾ ਉਹ ਜ਼ਰੂਰੀ ਆ। ਔਨ ਦ ਸੇਮ ਵੇ ਅਗਰ ਅਸੀਂ ਸੋਇਲ ਪੋਲਿਊਸ਼ਨ ਨੂੰ ਸਟੋਪ ਕਰਾਂਗੇ ਤਾਂ ਆਪਣੇ ਆਪ ਹੀ ਸਾਡਾ ਸੋਇਲ, ਅਦਰ ਨੈਚੁਰਲ ਰਿਸੋਰਸ ਸੋਇਲ ਜਿਹੜਾ ਆ ਉਹ ਸਾਡਾ ਬਚ ਜਾਊਗਾ। ਹੁਣ ਸੋਇਲ ਕੰਜ਼ਰਵੇਸ਼ਨ ਜਿਹੜਾ ਆ, preservation of loss of the topmost layer of the soil from erosion, soil erosion ਰੋਕਾਂਗੇ ਅਸੀਂ ਤਾਂ ਆਪਣੇ ਆਪ ਹੀ ਸਾਡੇ ਸੋਇਲ ਵੀ ਬਚ ਜਾਏਗੀ। ਕੈਮੀਕਲਸ ਨਹੀਂ ਯੂਜ਼ ਕਰਨੇ ਚਾਹੀਦੇ, ਓਵਰ ਗ੍ਰੇਜ਼ਿੰਗ ਨਹੀਂ ਕਰਨੀ ਚਾਹੀਦੀ, ਘੱਟ ਡੈਮਸ ਕੰਸਟਰਕਟ ਕਰਨੇ ਚਾਹੀਦੇ ਆ, ਐਗਰੀਕਲਚਰਲ ਪ੍ਰੈਕਟਿਸਿਸ ਜਿਹੜੀਆਂ ਉਹ ਚੇਂਜ ਕਰਨੀਆਂ ਚਾਹੀਦੀਆਂ ਆ, ਕ੍ਰੌਪ ਰੋਟੇਸ਼ਨ, ਸਟ੍ਰਿਪ ਕ੍ਰੌਪਿੰਗ, ਯੂਜ਼ ਆਫ ਅਰਲੀ ਮੈਚਿਓਰਿੰਗ ਵੈਰਾਈਟੀਜ਼, ਜਿਹੜੀ ਛੇਤੀ ਮੈਚਿਓਰ ਹੋ ਜਾਣ ਉੱਦਾਂ ਦੀ ਵੈਰਾਈਟੀਜ਼ ਯੂਜ਼ ਕਰ ਲੈਣੀਆਂ ਚਾਹੀਦੀਆਂ। ਕੰਟੂਅਰ ਪਲੋਇੰਗ, ਇਹ ਤਾਂ ਚਲੋ ਥੋੜ੍ਹਾ ਬਾਇਓਲੋਜੀਕਲ ਟਰਮਸ ਆ, ਹੈ ਨਾ। ਵਿੰਡ ਬ੍ਰੇਕਸ, ਕਵਰ ਕ੍ਰੌਪਸ, ਸੋਇਲ ਕੰਜ਼ਰਵੇਸ਼ਨ ਫਾਰਮਿੰਗ, ਸੈਲੇਨਿਟੀ ਮੈਨੇਜਮੈਂਟ, ਇਹ ਕੁਛ ਚੀਜ਼ਾਂ ਅਗਰ ਅਸੀਂ ਮੈਨੇਜ ਕਰ ਲਾਂਗੇ ਤਾਂ ਸੋਇਲ ਨੂੰ ਡੀਗ੍ਰੇਡ ਹੋਣ ਤੋਂ ਬਚਾ ਸਕਾਂਗੇ। ਇਹ ਜਿਹੜੇ ਸਾਡੇ ਕੁਛ ਮੈਥਡ ਸੀਗੇ ਕੰਜ਼ਰਵੇਸ਼ਨ ਆਫ ਨੈਚੁਰਲ ਰਿਸੋਰਸਿਸ। ਹੁਣ ਸੋਇਲ, ਏਅਰ, ਵਾਟਰ, ਫੋਰੈਸਟ, ਇਹ ਸਾਰੇ ਨੈਚੁਰਲ ਰਿਸੋਰਸਿਸ ਆ। ਮਿਨਰਲਸ ਨੂੰ ਅਸੀਂ ਓਵਰ ਐਕਸਟ੍ਰੈਕਸ਼ਨ ਆਫ ਮਿਨਰਲਸ ਅਸੀਂ ਰੋਕੀਏ ਤਾਂ ਆਪਣੇ ਆਪ ਹੀ ਸਾਡਾ ਜਿਹੜਾ ਨੈਚੁਰਲ ਰਿਸੋਰਸ ਆ, ਮਿਨਰਲਸ ਵਗੈਰਾ, ਉਹ ਬਚ ਜਾਣਗੇ। ਕੋਲਾ ਅਸੀਂ ਬਹੁਤ ਜ਼ਿਆਦਾ ਕੋਲ, ਪੈਟਰੋਲੀਅਮ ਅਗਰ ਨਾ ਯੂਜ਼ ਕਰੀਏ, ਗੱਡੀਆਂ ਨੂੰ ਲਾਈਟਸ 'ਤੇ ਬੰਦ ਕਰ ਦਈਏ, ਫਿਰ ਚਲਾ ਲਈਏ, ਜਦੋਂ ਰੈੱਡ ਲਾਈਟ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ, ਰੈੱਡ ਲਾਈਟ ਬੰਦ ਹੋ ਜਾਂਦੀ ਆ, ਆਪਾਂ ਫਿਰ ਚਲਾਈਏ ਗੱਡੀਆਂ ਨੂੰ, ਤਾਂ ਇਸ ਤਰ੍ਹਾਂ ਅਸੀਂ ਪੋਲਿਊਸ਼ਨ ਵੀ ਰੋਕ ਸਕਦੇ ਹਾਂ ਔਰ ਕੰਜ਼ਰਵ ਕਰ ਸਕਦੇ ਹਾਂ। ਘੱਟ ਯੂਜ਼ ਕਰਕੇ ਵੀ ਅਸੀਂ ਕੰਜ਼ਰਵ ਕਰ ਸਕਦੇ ਹਾਂ ਆਪਣੇ ਨੈਚੁਰਲ ਰਿਸੋਰਸਿਸ। ਫਿਰ ਸਾਨੂੰ ਆਲਟਰਨੇਟ ਮੈਥਡਸ ਲੱਭਣੇ ਚਾਹੀਦੇ ਆ ਹਰ ਚੀਜ਼ ਦੇ। ਲੱਭ ਵੀ ਲਏ ਆ, ਜਿਵੇਂ ਔਰਗੈਨਿਕ ਖਾਦ ਵਗੈਰਾ ਨਾਲ ਅਸੀਂ ਕਰ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ। ਫਿਰ ਸੋਲਰ, ਅੱਜ ਕੱਲ੍ਹ ਹਰ ਕਿਸੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋਲਰ ਪੈਨਲਸ ਲਗਵਾਉਣ ਦੀ, ਹੈ ਨਾ। ਇਹ ਸਾਰੇ ਮੈਥਡ ਸੀਗੇ। ਪੜ੍ਹ ਲਿਓ, ਨਹੀਂ ਸਮਝ ਆਇਆ ਬੇਟਾ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।